ਮੇਰੇ ਪਿਆਰੇ ਦੇਸ਼ਵਾਸੀਓ, 71ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਮੈਂ ਦੇਸ਼ ਤੇ ਵਿਦੇਸ਼ ਵਿੱਚ ਵਸੇ ਭਾਰਤ ਦੇ ਸਾਰੇ ਲੋਕਾਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹਾਂ। ਅੱਜ ਤੋਂ 7 ਦਹਾਕੇ ਪਹਿਲਾਂ 26 ਜਨਵਰੀ ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਉਸ ਤੋਂ ਪਹਿਲਾਂ ਹੀ ਇਸ ਤਾਰੀਖ ਦਾ ਵਿਸ਼ੇਸ਼ ਮਹੱਤਵ ਸਥਾਪਿਤ ਹੋ ਚੁੱਕਿਆ ਸੀ। ਪੂਰਨ ਸਵਰਾਜ ਦਾ ਸੰਕਲਪ ਲੈਣ ਤੋਂ ਬਾਅਦ ਸਾਡੇ ਦੇਸ਼ਵਾਸੀ 1930 ਤੋਂ 1947 ਤੱਕ ਹਰ ਵਰ੍ਹੇ 26 ਜਨਵਰੀ ਨੂੰ ਪੂਰਨ ਸਵਰਾਜ ਦਿਵਸ ਮਨਾਇਆ ਕਰਦੇ ਸੀ। ਇਸੇ ਲਈ ਸੰਨ 1950 ਵਿੱਚ ਉਸੇ ਇਤਿਹਾਸਕ ਦਿਨ ਤੇ ਅਸੀਂ ਭਾਰਤ ਦੇ ਲੋਕਾਂ ਨੇ ਸੰਵਿਧਾਨ ਦੇ ਆਦਰਸ਼ਾਂ ਦੇ ਪ੍ਰਤੀ ਆਸਥਾ ਪ੍ਰਗਟਾਉਂਦੇ ਹੋਏ ਇੱਕ ਗਣਤੰਤਰ ਦੇ ਰੂਪ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਤੇ ਉਸ ਵੇਲੇ ਤੋਂ ਹਰ ਸਾਲ 26 ਜਨਵਰੀ ਨੂੰ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ। ਆਧੁਨਿਕ ਗਣਰਾਜ ਦੀ ਸ਼ਾਸਨ ਪ੍ਰਣਾਲੀ ਦੇ 3 ਅੰਗ ਹੁੰਦੇ ਨੇ: ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਇਹ ਤਿੰਨੋਂ ਅੰਗ ਵੱਖ-ਵੱਖ ਹੁੰਦੇ ਹੋਏ ਵੀ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ ਤੇ ਇੱਕ ਦੂਜੇ ਤੇ ਆਧਾਰਿਤ ਵੀ ਹੁੰਦੇ ਨੇ, ਪਰ ਅਸਲ ਵਿੱਚ ਤਾਂ ਲੋਕਾਂ ਨਾਲ ਹੀ ਰਾਸ਼ਟਰ ਬਣਦਾ ਏ। ਅਸੀਂ ਭਾਰਤ ਦੇ ਲੋਕ ਹੀ ਆਪਣੇ ਗਣਤੰਤਰ ਦਾ ਸੰਚਾਲਨ ਕਰਦੇ ਹਾਂ। ਆਪਣੇ ਸਾਂਝੇ ਭਵਿੱਖ ਦੇ ਬਾਰੇ ਵਿੱਚ ਫੈਸਲਾ ਲੈਣ ਦੀ ਅਸਲ ਸ਼ਕਤੀ ਸਾਡੇ ਭਾਰਤ ਦੇ ਲੋਕਾਂ ਵਿੱਚ ਵਸੀ ਏ। ਸਾਡੇ ਸੰਵਿਧਾਨ ਨੇ ਸਾਨੂੰ ਸਾਰਿਆਂ ਨੂੰ ਇੱਕ ਸਵਾਧੀਨ ਲੋਕਤੰਤਰ ਦੇ ਨਾਗਰਿਕ ਦੇ ਰੂਪ ਵਿੱਚ ਕੁਝ ਅਧਿਕਾਰ ਪ੍ਰਦਾਨ ਕੀਤੇ ਨੇ, ਪਰ ਸੰਵਿਧਾਨ ਦੇ ਅੰਤਰਗਤ ਹੀ ਅਸੀਂ ਸਾਰਿਆਂ ਨੇ ਇਹ ਜ਼ਿੰਮੇਵਾਰੀ ਵੀ ਲਈ ਏ ਕਿ ਅਸੀਂ ਨਿਆਂ, ਸਵਤੰਤਰਤਾ ਤੇ ਸਮਾਨਤਾ ਤੇ ਭਾਈਚਾਰੇ ਦੇ ਅਸਲ ਲੋਕਤਾਂਤਰਿਕ ਆਦਰਸ਼ਾਂ ਦੇ ਪ੍ਰਤੀ ਸਦਾ ਵਚਨਬੱਧ ਰਹੇ ਹਾਂ। ਰਾਸ਼ਟਰ ਦੇ ਨਿਰੰਤਰ ਵਿਕਾਸ ਤੇ ਆਪਸੀ ਭਾਈਚਾਰੇ ਦੇ ਲਈ ਇਹ ਸਭ ਤੋਂ ਉੱਤਮ ਮਾਰਗ ਏ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜੀਵਨ ਮੁੱਲਾਂ ਨੂੰ ਅਪਣਾਉਣ ਨਾਲ ਇਨ੍ਹਾਂ ਸੰਵਿਧਾਨਿਕ ਆਦਰਸ਼ਾਂ ਦੀ ਪਾਲਣਾ ਸਾਡੇ ਸਾਰਿਆਂ ਲਈ ਹੋਰ ਵੀ ਸਰਲ ਹੋ ਜਾਂਦੀ ਏ। ਅਜਿਹਾ ਕਰਦੇ ਹੋਏ ਅਸੀਂ ਸਾਰੇ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਨੂੰ ਹੋਰ ਵੀ ਸਾਰਥਕ ਮਾਇਨੇ ਦੇ ਸਕਾਂਗੇ। ਮੇਰੇ ਪਿਆਰੇ ਦੇਸ਼ਵਾਸੀਓ, ਜਨ ਕਲਿਆਣ ਦੇ ਲਈ ਸਰਕਾਰ ਨੇ ਕਈ ਅਭਿਆਨ ਚਲਾਏ ਨੇ। ਇਹ ਗੱਲ ਵਿਸ਼ੇਸ਼ ਤੌਰ ਤੇ ਵਰਣਨਯੋਗ ਏ ਕਿ ਨਾਗਰਿਕਾਂ ਨੇ ਸਵੈ ਇੱਛਾ ਨਾਲ ਉਨ੍ਹਾਂ ਅਭਿਆਨਾਂ ਨੂੰ ਹਰਮਨ ਪਿਆਰੇ ਅੰਦੋਲਨਾਂ ਦਾ ਰੂਪ ਦਿੱਤਾ ਏ। ਜਨਤਾ ਦੀ ਹਿੱਸੇਦਾਰੀ ਕਾਰਨ ਸਵੱਛ ਭਾਰਤ ਅਭਿਆਨ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਪ੍ਰਭਾਵਸ਼ਾਲੀ ਸਫਲਤਾ ਹਾਸਲ ਕੀਤੀ ਏ। ਹਿੱਸੇਦਾਰੀ ਦੀ ਇਹੀ ਭਾਵਨਾ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਯਤਨਾਂ ਵਿੱਚ ਵੀ ਦਿਖਾਈ ਦਿੰਦੀ ਏ, ਚਾਹੇ ਰਸੋਈ ਗੈਸ ਦੀ ਸਬਸਿਡੀ ਨੂੰ ਛੱਡਣਾ ਹੋਵੇ ਜਾਂ ਫਿਰ ਡਿਜੀਟਲ ਭੁਗਤਾਨ ਨੂੰ ਵਧਾਵਾ ਦੇਣਾ ਹੋਵੇ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀਆਂ ਪ੍ਰਾਪਤੀਆਂ ਫਖਰ ਕਰਨ ਦੇ ਯੋਗ ਨੇ। ਟੀਚੇ ਨੂੰ ਪੂਰਾ ਕਰਦੇ ਹੋਏ 8 ਕਰੋੜ ਲਾਭਪਾਤਰੀਆਂ ਨੂੰ ਇਸ ਯੋਜਨਾ ਵਿੱਚ ਸ਼ਾਮਿਲ ਕੀਤਾ ਜਾ ਚੁੱਕਿਆ ਹੈ। ਅਜਿਹਾ ਹੋਣ ਨਾਲ ਲੋੜਵੰਦ ਲੋਕਾਂ ਨੂੰ ਹੁਣ ਸਾਫ਼-ਸੁਥਰੇ ਬਾਲਣ ਦੀ ਸਹੂਲਤ ਮਿਲ ਰਹੀ ਹੈ। ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਮਤਲਬ ਸੌਭਾਗਯ ਯੋਜਨਾ ਨਾਲ ਲੋਕਾਂ ਦੇ ਜੀਵਨ ਵਿੱਚ ਨਵੀਂ ਰੌਸ਼ਨੀ ਆਈ ਹੈ। ਪ੍ਰਧਾਨ ਮੰਤਰੀ ਕਿਸਾਨ सम्मान ਨਿਧੀ ਨਾਲ 14 ਕਰੋੜ ਤੋਂ ਵਧੇਰੇ ਕਿਸਾਨ ਭਰਾ ਭੈਣਾਂ ਹਰ ਸਾਲ 6,000 ਰੁਪਏ ਦੀ ਘੱਟੋ-ਘੱਟ ਆਮਦਨ ਹਾਸਲ ਕਰਨ ਦੇ ਹੱਕਦਾਰ ਬਣੇ ਨੇ। ਇਸ ਨਾਲ ਸਾਡੇ ਦੇਸ਼ ਦੇ ਅੰਨਦਾਤਾਵਾਂ ਨੂੰ ਆਦਰ-ਪੂਰਵਕ ਜੀਵਨ ਜਿਉਣ ਵਿੱਚ ਸਹਾਇਤਾ ਮਿਲ ਰਹੀ ਹੈ। ਵੱਧਦੇ ਹੋਏ ਜਲ ਸੰਕਟ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਜਲ ਸ਼ਕਤੀ ਮੰਤਰਾਲੇ ਦਾ ਗਠਨ ਕੀਤਾ ਗਿਆ ਹੈ ਤੇ ਜਲ ਨੂੰ ਬਚਾਉਣ ਤੇ ਪ੍ਰਬੰਧ ਕਰਨ ਨੂੰ ਸਰਵੋੱਚ ਪਹਿਲ ਦਿੱਤੀ ਜਾ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਜਲ ਜੀਵਨ ਮਿਸ਼ਨ ਵੀ ਸਵੱਛ ਭਾਰਤ ਅਭਿਆਨ ਦੀ ਤਰ੍ਹਾਂ ਹੀ ਇੱਕ ਜਨ ਅੰਦੋਲਨ ਦਾ ਰੂਪ ਲਵੇਗਾ। ਸਰਕਾਰ ਦੀ ਹਰ ਨੀਤੀ ਦੇ ਪਿੱਛੇ ਲੋੜਵੰਦ ਲੋਕਾਂ ਦੇ ਕਲਿਆਣ ਦੇ ਨਾਲ-ਨਾਲ ਇਹ ਭਾਵਨਾ ਵੀ ਹੁੰਦੀ ਏ ਕਿ ਸਭ ਤੋਂ ਪਹਿਲਾਂ ਰਾਸ਼ਟਰ ਸਾਡਾ। GST ਦੇ ਲਾਗੂ ਹੋ ਜਾਣ ਨਾਲ ਇੱਕ ਦੇਸ਼ ਇੱਕ ਕਰ ਬਾਜ਼ਾਰ ਦੀ ਧਾਰਨਾ ਸਾਕਾਰ ਹੋਈ ਏ। ਇਸ ਦੇ ਨਾਲ
ਨਾਮ ਯੋਜਨਾ ਦੁਆਰਾ ਵੀ ਇੱਕ ਰਾਸ਼ਟਰ ਲਈ ਇੱਕ ਬਾਜ਼ਾਰ ਬਣਾਉਣ ਦੀ ਪ੍ਰਕਿਰਿਆ ਮਜ਼ਬੂਤ ਬਣਾਈ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਪਹੁੰਚੇਗਾ। ਅਸੀਂ ਦੇਸ਼ ਦੇ ਹਰ ਹਿੱਸੇ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਾਂ, ਚਾਹੇ ਉਹ ਜੰਮੂ ਕਸ਼ਮੀਰ ਜਾਂ ਲੱਦਾਖ ਹੋਵੇ, ਪੂਰਵ ਉੱਤਰ ਖੇਤਰ ਦੇ ਰਾਜ ਹੋਣ ਜਾਂ ਹਿੰਦ ਮਹਾਸਾਗਰ ਵਿੱਚ ਸਥਿਤ ਸਾਡੇ ਦੀਪ ਸਮੂਹ ਹੋਣ। ਦੇਸ਼ ਦੇ ਵਿਕਾਸ ਲਈ ਇੱਕ ਮਜ਼ਬੂਤ ਅੰਦਰੂਨੀ ਸੁਰੱਖਿਆ ਪ੍ਰਣਾਲੀ ਦਾ ਹੋਣਾ ਵੀ ਜ਼ਰੂਰੀ ਹੈ। ਇਸ ਲਈ ਸਰਕਾਰ ਨੇ ਅੰਦਰੂਨੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਨੇਕਾਂ ਠੋਸ ਕਦਮ ਚੁੱਕੇ ਨੇ। ਸਿਹਤ ਤੇ ਸਿੱਖਿਆ ਸਹੂਲਤਾਂ ਦੇ ਆਸਾਨ ਹੋਣ ਨੂੰ ਅਕਸਰ ਸੁਚੱਜੇ ਸ਼ਾਸਨ ਦੀ ਨੀਂਹ ਸਮਝਿਆ ਜਾਂਦਾ ਹੈ। ਪਿਛਲੇ 7 ਦਹਾਕਿਆਂ ਦੌਰਾਨ ਅਸੀਂ ਇਨ੍ਹਾਂ ਖੇਤਰਾਂ ਵਿੱਚ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਸਰਕਾਰ ਨੇ ਆਪਣੇ ਮਹੱਤਵਕਾਂਖੀ ਪ੍ਰੋਗਰਾਮਾਂ ਨਾਲ ਸਿਹਤ ਦੇ ਖੇਤਰ ਵਿੱਚ ਵਿਸ਼ੇਸ਼ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਤੇ ਆਯੁਸ਼ਮਾਨ ਭਾਰਤ ਵਰਗੇ ਪ੍ਰੋਗਰਾਮਾਂ ਨਾਲ ਗਰੀਬਾਂ ਦੇ ਕਲਿਆਣ ਦੇ ਪ੍ਰਤੀ ਸੰਵੇਦਨਸ਼ੀਲਤਾ ਪ੍ਰਗਟ ਹੁੰਦੀ ਹੈ ਤੇ ਉਨ੍ਹਾਂ ਤੱਕ ਪ੍ਰਭਾਵਸ਼ਾਲੀ ਸਹਾਇਤਾ ਵੀ ਪਹੁੰਚ ਰਹੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਆਯੁਸ਼ਮਾਨ ਭਾਰਤ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਜਨ ਯੋਜਨਾ ਬਣ ਗਈ ਹੈ। ਆਮ ਵਿਅਕਤੀ ਲਈ ਸਿਹਤ ਸੇਵਾਵਾਂ ਦੀ ਪਹੁੰਚ ਤੇ ਗੁਣਵੱਤਾ ਦੋਨਾਂ ਵਿੱਚ ਸੁਧਾਰ ਹੋਇਆ ਹੈ। ਜਨ ਔਸ਼ਧੀ ਯੋਜਨਾ ਦੇ ਜ਼ਰੀਏ ਵਾਜਬ ਕੀਮਤਾਂ ਤੇ ਗੁਣਵੱਤਾ ਵਾਲੀਆਂ ਜੈਨਰਿਕ ਦਵਾਈਆਂ ਮਿਲਣ ਨਾਲ ਆਮ ਪਰਿਵਾਰਾਂ ਦੇ ਇਲਾਜ ਤੇ ਹੋਣ ਵਾਲੇ ਖਰਚੇ ਵਿੱਚ ਵੀ ਕਮੀ ਆਈ ਹੈ। ਪਿਆਰੇ ਦੇਸ਼ਵਾਸੀਓ, ਪੁਰਾਤਨ ਸਮੇਂ ਤੋਂ ਹੀ ਇੱਕ ਵਧੀਆ ਸਿੱਖਿਆ ਪ੍ਰਣਾਲੀ ਦੀ ਨੀਂਹ ਨਾਲੰਦਾ ਤੇ ਤਕਸ਼ਸ਼ਿਲਾ ਦੇ ਮਹਾਨ ਵਿਸ਼ਵ ਵਿਦਿਆਲਿਆਂ ਵਿੱਚ ਰੱਖੀ ਜਾ ਚੁੱਕੀ ਸੀ। ਭਾਰਤ ਵਿੱਚ ਸਦਾ ਗਿਆਨ ਨੂੰ ਸ਼ਕਤੀ, ਪ੍ਰਸਿੱਧੀ ਜਾਂ ਧਨ ਤੋਂ ਜ਼ਿਆਦਾ ਕੀਮਤੀ ਮੰਨਿਆ ਜਾਂਦਾ ਹੈ। ਵਿਦਿਅਕ ਸੰਸਥਾਵਾਂ ਨੂੰ ਭਾਰਤੀ ਪਰੰਪਰਾ ਵਿੱਚ ਗਿਆਨ ਹਾਸਿਲ ਕਰਨ ਦਾ ਸਥਾਨ ਯਾਨੀ ਵਿਦਿਆ ਦਾ ਮੰਦਰ ਮੰਨਿਆ ਜਾਂਦਾ ਹੈ। ਲੰਬੇ ਸਮੇਂ ਤੱਕ ਉਪਨਿਵੇਸ਼ਕ ਸ਼ਾਸਨ ਦੇ ਕਾਰਨ ਆਈ ਖੜੋਤ ਨੂੰ ਦੂਰ ਕਰਨ ਵਿੱਚ ਸਿੱਖਿਆ ਹੀ ਸਸ਼ਕਤੀਕਰਨ ਦੇ ਇੱਕ ਪ੍ਰਭਾਵਸ਼ਾਲੀ ਮਾਧਿਅਮ ਦੇ ਰੂਪ ਵਿੱਚ ਉੱਭਰੀ ਹੈ। ਸਾਡੀ ਆਧੁਨਿਕ ਸਿੱਖਿਆ ਪ੍ਰਣਾਲੀ ਦੇ ਆਧਾਰ ਦਾ ਨਿਰਮਾਣ ਆਜ਼ਾਦੀ ਤੋਂ ਫੌਰੀ ਬਾਅਦ ਦੇ ਦੌਰ ਵਿੱਚ ਸ਼ੁਰੂ ਹੋਇਆ ਸੀ। ਉਦੋਂ ਸਾਡੇ ਸਾਧਨ ਬਹੁਤ ਹੀ ਸੀਮਿਤ ਸਨ। ਫਿਰ ਵੀ ਸਿੱਖਿਆ ਦੇ ਖੇਤਰ ਵਿੱਚ ਸਾਡੀਆਂ ਕਈ ਪ੍ਰਾਪਤੀਆਂ ਵਰਣਨਯੋਗ ਨੇ। ਸਾਡਾ ਯਤਨ ਹੈ ਕਿ ਦੇਸ਼ ਦਾ ਕੋਈ ਵੀ ਬੱਚਾ ਜਾਂ ਨੌਜਵਾਨ ਸਿੱਖਿਆ ਦੀ ਸਹੂਲਤ ਤੋਂ ਵਾਂਝਾ ਨਾ ਰਹੇ। ਨਾਲ ਹੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਦੇ ਹੋਏ ਆਪਣੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਅਸੀਂ ਲਗਾਤਾਰ ਯਤਨ ਕਰਦੇ ਰਹਿੰਦੇ ਹਾਂ। ਭਾਰਤੀ ਪੁਲਾੜ ਖੋਜ ਸੰਗਠਨ ਭਾਵ ਇਸਰੋ ਦੀਆਂ ਪ੍ਰਾਪਤੀਆਂ ਤੇ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਮਾਣ ਹੈ। ਇਸਰੋ ਦੀ ਟੀਮ ਆਪਣੇ ਮਿਸ਼ਨ ਗਗਨਯਾਨ 'ਚ ਅੱਗੇ ਵਧ ਰਹੀ ਹੈ ਤੇ ਸਾਰੇ ਦੇਸ਼ਵਾਸੀ ਇਸ ਸਾਲ ਭਾਰਤੀ ਮਾਨਵ ਅੰਤਰਿਕਸ਼ ਯਾਨ ਪ੍ਰੋਗਰਾਮ ਦੇ ਵੱਲ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਦਾ ਉਤਸ਼ਾਹ ਨਾਲ ਇੰਤਜ਼ਾਰ ਕਰ ਰਹੇ ਨੇ। ਇਸੇ ਸਾਲ ਟੋਕੀਓ ਵਿੱਚ ਓਲੰਪਿਕ ਖੇਡਾਂ ਆਯੋਜਿਤ ਹੋਣ ਜਾ ਰਹੀਆਂ ਨੇ। ਪਾਰੰਪਰਿਕ ਰੂਪ ਨਾਲ ਕਈ ਖੇਡਾਂ ਵਿੱਚ ਭਾਰਤ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਹੈ। ਸਾਡੇ ਖਿਡਾਰੀਆਂ ਤੇ ਐਥਲੀਟਾਂ ਦੀ ਨਵੀਂ ਪੀੜ੍ਹੀ ਨੇ ਹਾਲ ਦੇ ਸਾਲਾਂ ਵਿੱਚ ਅਨੇਕਾਂ ਖੇਡ ਪ੍ਰਤੀਯੋਗਤਾਵਾਂ ਵਿੱਚ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਓਲੰਪਿਕ 2020 ਦੀਆਂ ਖੇਡ ਪ੍ਰਤੀਯੋਗਤਾਵਾਂ ਵਿੱਚ ਭਾਰਤੀ ਦਲ ਨਾਲ ਕਰੋੜਾਂ ਦੇਸ਼ਵਾਸੀਆਂ ਦੀਆਂ ਸ਼ੁਭਕਾਮਨਾਵਾਂ ਤੇ ਸਮਰਥਨ ਦੀ ਤਾਕਤ ਮੌਜੂਦ ਰਹੇਗੀ। ਪ੍ਰਵਾਸੀ ਭਾਰਤੀਆਂ ਨੇ ਵੀ ਹਮੇਸ਼ਾ ਭਾਰਤ ਦਾ ਮਾਣ ਵਧਾਇਆ ਹੈ। ਆਪਣੀਆਂ ਵਿਦੇਸ਼ ਯਾਤਰਾਵਾਂ ਦੌਰਾਨ ਮੈਂ ਦੇਖਿਆ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਨਾ ਕੇਵਲ ਉੱਥੋਂ ਦੀ ਧਰਤੀ ਨੂੰ ਆਪਣੀ ਮਿਹਨਤ ਨਾਲ ਖੁਸ਼ਹਾਲ ਤੇ ਮਜ਼ਬੂਤ ਕੀਤਾ ਹੈ, ਬਲਕਿ ਉਨ੍ਹਾਂ ਨੇ ਵਿਸ਼ਵ ਭਾਈਚਾਰੇ ਦੀ ਨਜ਼ਰ ਵਿੱਚ ਭਾਰਤ ਦੀ ਛਵੀ ਨੂੰ ਵੀ ਨਿਖਾਰਿਆ ਹੈ। ਕਈ ਪ੍ਰਵਾਸੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਦੀਆਂ ਫੌਜਾਂ, ਅਰਧ ਸੈਨਿਕ ਦਸਤੇ ਤੇ ਅੰਦਰੂਨੀ ਸੁਰੱਖਿਆ ਦਸਤਿਆਂ ਦੀ ਮੈਂ ਖੁੱਲ੍ਹੇ ਦਿਲ ਨਾਲ ਪ੍ਰਸ਼ੰਸਾ ਕਰਦਾ ਹਾਂ। ਦੇਸ਼ ਦੀ ਏਕਤਾ
ਅਖੰਡਤਾ ਤੇ ਸੁਰੱਖਿਆ ਨੂੰ ਬਣਾਏ ਰੱਖਣ ਵਿੱਚ ਉਨ੍ਹਾਂ ਦਾ ਬਲੀਦਾਨ ਅਦਭੁਤ ਸਾਹਸ ਤੇ ਅਨੁਸ਼ਾਸਨ ਦੀਆਂ ਅਮਰ ਗਾਥਾਵਾਂ ਪੇਸ਼ ਕਰਦਾ ਹੈ। ਸਾਡੇ ਕਿਸਾਨ, ਸਾਡੇ ਡਾਕਟਰ ਤੇ ਨਰਸਾਂ, ਵਿਦਿਆ ਤੇ ਸੰਸਕਾਰ ਦੇਣ ਵਾਲੇ ਸਿੱਖਿਅਕ, ਮਿਹਨਤੀ ਵਿਗਿਆਨਿਕ ਤੇ ਇੰਜੀਨੀਅਰ, ਸੁਚੇਤ ਤੇ ਸਰਗਰਮ ਨੌਜਵਾਨ, ਸਾਡੇ ਕਲ ਕਾਰਖਾਨਿਆਂ ਨੂੰ ਆਪਣੀ ਮਿਹਨਤ ਨਾਲ ਚਲਾਉਣ ਵਾਲੇ ਮਜ਼ਦੂਰ ਭਾਈ, ਸਨਅਤੀ ਵਿਕਾਸ 'ਚ ਯੋਗਦਾਨ ਦੇਣ ਵਾਲੇ ਉਦਮੀ, ਸਾਡੀ ਸੰਸਕ੍ਰਿਤੀ ਤੇ ਕਲਾ ਨੂੰ ਨਿਖਾਰਨ ਵਾਲੇ ਕਲਾਕਾਰ, ਭਾਰਤ ਦੇ ਸਰਵਿਸ ਸੈਕਟਰ ਨੂੰ ਸੰਸਾਰ ਭਰ ਵਿੱਚ ਸਨਮਾਨਿਤ ਥਾਂ ਦਿਲਵਾਉਣ ਵਾਲੇ ਸਾਰੇ ਪ੍ਰੋਫੈਸ਼ਨਲਜ਼ ਤੇ ਬਾਕੀ ਅਨੇਕਾਂ ਖੇਤਰਾਂ ਵਿੱਚ ਆਪਣਾ ਯੋਗਦਾਨ ਦੇਣ ਵਾਲੇ ਸਾਡੇ ਸਾਰੇ ਦੇਸ਼ਵਾਸੀ ਤੇ ਖਾਸ ਕਰ ਹਰ ਤਰ੍ਹਾਂ ਦੀਆਂ ਔਕੜਾਂ ਦੇ ਬਾਵਜੂਦ ਸਫਲਤਾ ਦੇ ਨਵੇਂ ਮਾਨਦੰਡ ਸਥਾਪਿਤ ਕਰਨ ਵਾਲੀਆਂ ਸਾਡੀਆਂ ਹੋਣਹਾਰ ਬੇਟੀਆਂ, ਇਹ ਸਾਰੇ ਸਾਡੇ ਦੇਸ਼ ਦਾ ਗੌਰਵ ਨੇ। ਇਸ ਮਹੀਨੇ ਦੇ ਸ਼ੁਰੂ ਵਿੱਚ ਮੈਨੂੰ ਦੇਸ਼ ਦੇ ਕੁਝ ਮਿਹਨਤੀ ਲੋਕਾਂ ਨਾਲ ਮਿਲਣ ਦਾ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਸਾਦਗੀ ਤੇ ਨਿਸ਼ਠਾ ਨਾਲ ਚੁੱਪਚਾਪ ਆਪਣਾ ਕੰਮ ਕਰਦੇ ਹੋਏ ਉਨ੍ਹਾਂ ਲੋਕਾਂ ਨੇ ਵਿਗਿਆਨ ਤੇ ਇਨੋਵੇਸ਼ਨ, ਖੇਤੀ ਤੇ ਵਨ ਸੰਪਦਾ ਦੇ ਵਿਕਾਸ, ਸਿੱਖਿਆ, ਸਿਹਤ, ਖੇਡਾਂ, ਪੁਰਾਣੀਆਂ ਸ਼ਿਲਪ ਕਲਾਵਾਂ ਨੂੰ ਫਿਰ ਤੋਂ ਹਰਮਨ ਪਿਆਰਾ ਬਣਾਉਣ, ਦਿਵਿਆਂਗ ਵਿਅਕਤੀਆਂ, ਔਰਤਾਂ ਤੇ ਬੱਚਿਆਂ ਦੇ ਸਸ਼ਕਤੀਕਰਨ ਤੇ ਜ਼ਰੂਰਤਮੰਦ ਲੋਕਾਂ ਲਈ ਭੋਜਨ ਤੇ ਪੋਸ਼ਣ ਦਾ ਪ੍ਰਬੰਧ ਕਰਨਾ ਆਦਿ ਵੱਖ-ਵੱਖ ਖੇਤਰਾਂ 'ਚ ਭਰਪੂਰ ਯੋਗਦਾਨ ਦਿੱਤਾ ਹੈ। ਉਦਾਹਰਨ ਵਜੋਂ ਜੰਮੂ ਕਸ਼ਮੀਰ ਵਿੱਚ ਸੁਸ਼ਰੀ ਆਰਿਫਾ ਜਾਨ ਨੇ ਨਮਦਾ ਦਸਤਕਾਰੀ ਨੂੰ ਮੁੜ ਤੋਂ ਹਰਮਨ ਪਿਆਰਾ ਬਣਾਉਣ ਲਈ, ਤੇਲੰਗਾਨਾ ਵਿੱਚ ਸੁਸ਼ਰੀ ਰਤਨਾਵਲੀ ਕੋਟਪੱਲੀ ਨੇ ਥੈਲੇਸੀਮੀਆ ਤੋਂ ਪੀੜਿਤ ਲੋਕਾਂ ਦੇ ਇਲਾਜ ਲਈ, ਕੇਰਲ ਵਿੱਚ ਸ਼੍ਰੀਮਤੀ ਦੇਵਕੀ ਅੰਮਾ ਨੇ ਆਪਣੇ ਨਿੱਜੀ ਯਤਨਾਂ ਨਾਲ ਵਨ ਸੰਪਦਾ ਪੈਦਾ ਕਰਕੇ, ਮਣੀਪੁਰ ਵਿੱਚ ਸ਼੍ਰੀ ਜਾਮ ਖੋਜਾਂਗ ਮਿਸਾਓ ਨੇ ਸਮੁੱਚੇ ਵਿਕਾਸ ਲਈ ਕੰਮ ਕਰਕੇ ਤੇ ਪੱਛਮੀ ਬੰਗਾਲ ਵਿੱਚ ਸ਼੍ਰੀ ਬਾਬਰ ਅਲੀ ਨੇ ਬਚਪਨ ਤੋਂ ਹੀ ਕਮਜ਼ੋਰ ਵਰਗ ਦੇ ਬੱਚਿਆਂ ਵਿੱਚ ਸਿੱਖਿਆ ਦਾ ਪਸਾਰ ਕਰਨ ਦੇ ਆਪਣੇ ਸ਼ਲਾਘਾਯੋਗ ਯੋਗਦਾਨ ਨਾਲ ਲੋਕਾਂ ਦੇ ਜੀਵਨ ਵਿੱਚ ਆਸ਼ਾ ਦਾ ਸੰਚਾਰ ਕੀਤਾ ਹੈ। ਇਹੋ ਜਿਹੇ ਬੜੇ ਸਾਰੇ ਲੋਕ ਨੇ, ਮੈਂ ਤਾਂ ਉਹਨਾਂ ਵਿੱਚੋਂ ਬਸ ਕੁਝ ਇੱਕ ਦੇ ਹੀ ਨਾਮ ਲਏ ਨੇ। ਇਹ ਲੋਕ ਇਹ ਸਿੱਧ ਕਰਦੇ ਨੇ ਕਿ ਸਧਾਰਨ ਵਿਅਕਤੀ ਵੀ ਆਪਣੇ ਆਦਰਸ਼ਾਂ ਤੇ ਮਿਹਨਤ ਦੇ ਬਲਬੂਤੇ ਸਮਾਜ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੇ ਨੇ। ਵੱਡੀ ਗਿਣਤੀ ਵਿੱਚ ਇਹੋ ਜਿਹੇ ਅਨੇਕਾਂ ਸਵੈਛਕ ਸੰਗਠਨ ਵੀ ਨੇ ਜਿਹੜੇ ਸਰਕਾਰ ਨਾਲ ਮਿਲ ਕੇ ਰਾਸ਼ਟਰ ਨਿਰਮਾਣ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ। ਪਿਆਰੇ ਦੇਸ਼ਵਾਸੀਓ, ਹੁਣ ਅਸੀਂ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਦਾਖਲ ਹੋ ਚੁੱਕੇ ਹਾਂ। ਇਹ ਨਵੇਂ ਭਾਰਤ ਦੇ ਨਿਰਮਾਣ ਤੇ ਭਾਰਤੀਆਂ ਦੀ ਨਵੀਂ ਪੀੜ੍ਹੀ ਦੇ ਉਦੈ ਹੋਣ ਦਾ ਦਹਾਕਾ ਹੋਣ ਜਾ ਰਿਹਾ ਹੈ। ਇਸ ਸ਼ਤਾਬਦੀ 'ਚ ਪੈਦਾ ਹੋਏ ਨੌਜਵਾਨ ਵੱਧ ਚੜ੍ਹ ਕੇ ਰਾਸ਼ਟਰੀ ਵਿਚਾਰਧਾਰਾ 'ਚ ਆਪਣੀ ਹਿੱਸੇਦਾਰੀ ਪਾ ਰਹੇ ਨੇ। ਸਮਾਂ ਬੀਤਣ ਦੇ ਨਾਲ ਸਾਡੇ ਸਵਾਧੀਨਤਾ ਸੰਗਰਾਮ ਦੇ ਪ੍ਰਤੱਖ ਗਵਾਹ ਰਹੇ ਲੋਕ ਹੌਲੀ-ਹੌਲੀ ਸਾਡੇ ਤੋਂ ਵਿਛੜਦੇ ਜਾ ਰਹੇ ਨੇ, ਪਰ ਸਾਡੇ ਸਵਾਧੀਨਤਾ ਸੰਗਰਾਮ ਦੀਆਂ ਆਸਥਾਵਾਂ ਲਗਾਤਾਰ ਕਾਇਮ ਰਹਿਣਗੀਆਂ। ਟੈਕਨੋਲੋਜੀ ਵਿੱਚ ਹੋਈ ਤਰੱਕੀ ਸਦਕਾ ਅੱਜ ਦੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਜਾਣਕਾਰੀ ਉਪਲਬਧ ਹੈ ਤੇ ਉਹਨਾਂ ਵਿੱਚ ਆਤਮ ਵਿਸ਼ਵਾਸ ਵੀ ਵਧੇਰੇ ਹੈ। ਸਾਡੀ ਅਗਲੀ ਪੀੜ੍ਹੀ ਸਾਡੇ ਦੇਸ਼ ਦੀਆਂ ਆਧਾਰਭੂਤ ਕਦਰਾਂ ਕੀਮਤਾਂ ਵਿੱਚ ਡੂੰਘੀ ਆਸਥਾ ਰੱਖਦੀ ਹੈ। ਸਾਡੇ ਨੌਜਵਾਨਾਂ ਲਈ ਰਾਸ਼ਟਰ ਹਮੇਸ਼ਾ ਸਭ ਤੋਂ ਉੱਪਰ ਹੈ। ਮੈਨੂੰ ਇਹਨਾਂ ਨੌਜਵਾਨਾਂ ਵਿੱਚ ਇੱਕ ਉੱਭਰਦੇ ਹੋਏ ਨਵੇਂ ਭਾਰਤ ਦੀ ਝਲਕ ਦਿਖਾਈ ਦਿੰਦੀ ਹੈ। ਰਾਸ਼ਟਰ ਨਿਰਮਾਣ ਲਈ ਮਹਾਤਮਾ ਗਾਂਧੀ ਜੀ ਦੇ ਵਿਚਾਰ ਅੱਜ ਵੀ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਨੇ। ਗਾਂਧੀ ਜੀ ਦੇ ਸੱਚ ਤੇ ਅਹਿੰਸਾ ਦੇ ਸੁਨੇਹੇ ਤੇ ਸੋਚ ਵਿਚਾਰ ਕਰਨਾ ਸਾਡੀ ਰੋਜ਼ਮर्रा ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ। ਉਹਨਾਂ ਦਾ ਸੱਚ ਤੇ ਅਹਿੰਸਾ ਦਾ ਸੁਨੇਹਾ ਸਾਡੇ ਅੱਜ ਦੇ ਸਮੇਂ 'ਚ ਹੋਰ ਵੀ ਵਧੇਰੇ ਜ਼ਰੂਰੀ ਹੋ ਗਿਆ ਹੈ। ਕਿਸੇ ਵੀ ਉਦੇਸ਼ ਲਈ ਸੰਘਰਸ਼ ਕਰਨ ਵਾਲੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਗਾਂਧੀ ਜੀ ਦੇ ਅਹਿੰਸਾ ਦੇ ਮੰਤਰ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ,
ਜਿਹੜਾ ਕਿ ਮਾਨਵਤਾ ਨੂੰ ਉਹਨਾਂ ਦਾ ਅਨਮੋਲ ਤੋਹਫਾ ਏ। ਕੋਈ ਵੀ ਕੰਮ ਚਾਹੇ ਵਾਜਿਬ ਏ ਜਾਂ ਗੈਰ ਵਾਜਿਬ, ਇਹ ਤੈਅ ਕਰਨ ਲਈ ਗਾਂਧੀ ਜੀ ਦੀ ਮਾਨਵ ਕਲਿਆਣ ਦੀ ਕਸੌਟੀ ਸਾਡੇ ਲੋਕਤੰਤਰ ਤੇ ਵੀ ਲਾਗੂ ਹੁੰਦੀ ਏ। ਲੋਕਤੰਤਰ 'ਚ ਸੱਤਾਧਾਰੀ ਤੇ ਵਿਰੋਧੀ ਧਿਰ ਦੋਨਾਂ ਦੀ ਅਹਿਮ ਭੂਮਿਕਾ ਹੁੰਦੀ ਏ। ਰਾਜਨੀਤਿਕ ਵਿਚਾਰਾਂ ਦੇ ਪ੍ਰਗਟਾਅ ਦੇ ਨਾਲ-ਨਾਲ ਦੇਸ਼ ਦੇ ਸਮੁੱਚੇ ਵਿਕਾਸ ਤੇ ਸਾਰੇ ਦੇਸ਼ ਵਾਸੀਆਂ ਦੇ ਕਲਿਆਣ ਲਈ ਦੋਨਾਂ ਨੂੰ ਮਿਲ ਜੁਲ ਕੇ ਅੱਗੇ ਵਧਣਾ ਚਾਹੀਦਾ ਏ। ਪਿਆਰੇ ਦੇਸ਼ ਵਾਸੀਓ, ਗਣਤੰਤਰ ਦਿਵਸ ਸਾਡੇ ਸੰਵਿਧਾਨ ਦਾ ਉਤਸਵ ਏ। ਅੱਜ ਦੇ ਦਿਨ ਮੈਂ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦੇ ਇੱਕ ਵਿਚਾਰ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਉਹਨਾਂ ਨੇ ਕਿਹਾ ਸੀ, ਜੇਕਰ ਅਸੀਂ ਸਿਰਫ ਬਾਹਰੀ ਤੌਰ ਤੇ ਹੀ ਨਹੀਂ ਸਗੋਂ ਅਸਲ ਵਿੱਚ ਵੀ ਲੋਕਤੰਤਰ ਨੂੰ ਬਣਾਏ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਏ? ਮੇਰੀ ਸਮਝ 'ਚ ਤਾਂ ਸਾਡਾ ਪਹਿਲਾ ਕੰਮ ਇਹ ਯਕੀਨੀ ਬਣਾਉਣਾ ਏ ਕਿ ਸਾਨੂੰ ਆਪਣੇ ਸਮਾਜਿਕ ਤੇ ਆਰਥਿਕ ਟੀਚਿਆਂ ਨੂੰ ਹਾਸਲ ਕਰਨ ਲਈ ਅਡੋਲ ਨਿਸ਼ਠਾ ਨਾਲ ਸੰਵੈਧਾਨਿਕ ਉਪਾਵਾਂ ਦਾ ਹੀ ਆਸਰਾ ਲੈਣਾ ਚਾਹੀਦਾ ਏ। ਬਾਬਾ ਸਾਹਿਬ ਅੰਬੇਡਕਰ ਦੇ ਇਨ੍ਹਾਂ ਸ਼ਬਦਾਂ ਨੇ ਸਾਡੇ ਮਾਰਗ ਨੂੰ ਹਮੇਸ਼ਾ ਰੌਸ਼ਨ ਕੀਤਾ ਏ। ਮੈਨੂੰ ਵਿਸ਼ਵਾਸ ਏ ਕਿ ਉਨ੍ਹਾਂ ਦੇ ਇਹ ਸ਼ਬਦ ਸਾਡੇ ਰਾਸ਼ਟਰ ਨੂੰ ਗੌਰਵ ਦੀਆਂ ਉਚਾਈਆਂ ਤੱਕ ਲੈ ਜਾਣ ਲਈ ਲਗਾਤਾਰ ਮਾਰਗਦਰਸ਼ਨ ਕਰਦੇ ਰਹਿਣਗੇ। ਪਿਆਰੇ ਦੇਸ਼ ਵਾਸੀਓ, ਸਾਰੇ ਸੰਸਾਰ ਨੂੰ ਇੱਕੋ ਪਰਿਵਾਰ ਸਮਝਣ ਦੀ ਵਸੁਦੈਵ ਕੁਟੁੰਬਕਮ ਦੀ ਸਾਡੀ ਸੋਚ ਬਾਕੀ ਦੇਸ਼ਾਂ ਨਾਲ ਸਾਡੇ ਸੰਬੰਧਾਂ ਨੂੰ ਮਜ਼ਬੂਤ ਬਣਾਉਂਦੀ ਏ। ਅਸੀਂ ਆਪਣੇ ਲੋਕਤਾਂਤਰਿਕ ਕਦਰਾਂ ਕੀਮਤਾਂ ਤੇ ਵਿਕਾਸ ਤੇ ਪ੍ਰਾਪਤੀਆਂ ਨੂੰ ਸਾਰੇ ਵਿਸ਼ਵ ਨਾਲ ਸਾਂਝਾ ਕਰਦੇ ਆਏ ਹਾਂ। ਗਣਤੰਤਰ ਦਿਵਸ ਦੇ ਉਤਸਵ 'ਚ ਵਿਦੇਸ਼ੀ ਰਾਸ਼ਟਰ ਦੇ ਮੁਖੀਆਂ ਨੂੰ ਸੱਦਾ ਪੱਤਰ ਦੇਣ ਦੀ ਸਾਡੀ ਪਰੰਪਰਾ ਰਹੀ ਏ। ਮੈਨੂੰ ਖੁਸ਼ੀ ਹੈ ਕਿ ਇਸ ਸਾਲ ਵੀ ਕੱਲ੍ਹ ਦੇ ਸਾਡੇ ਗਣਤੰਤਰ ਦਿਵਸ ਦੇ ਉਤਸਵ 'ਚ ਸਾਡੇ ਮਾਣਯੋਗ ਦੋਸਤ ਬ੍ਰਾਜ਼ੀਲ ਦੇ ਰਾਸ਼ਟਰਪਤੀ ਸ਼੍ਰੀ ਬੋਲਸੋਨਾਰੋ ਸਾਡੇ ਸਨਮਾਨਿਤ ਮਹਿਮਾਨ ਹੋਣਗੇ। ਵਿਕਾਸ ਦੇ ਰਾਹ ਤੇ ਅੱਗੇ ਵਧਦੇ ਹੋਏ ਸਾਡਾ ਦੇਸ਼ ਤੇ ਅਸੀਂ ਸਾਰੇ ਦੇਸ਼ਵਾਸੀ ਵਿਸ਼ਵ ਭਾਈਚਾਰੇ ਨਾਲ ਸਹਿਯੋਗ ਕਰਨ ਲਈ ਵਚਨਬੱਧ ਹਾਂ ਤਾਂ ਕਿ ਸਾਡਾ ਤੇ ਪੂਰੀ ਮਾਨਵਤਾ ਦਾ ਭਵਿੱਖ ਸੁਰੱਖਿਅਤ ਰਹੇ ਤੇ ਖੁਸ਼ਹਾਲ ਬਣੇ। ਮੈਂ ਇੱਕ ਵਾਰੀ ਫੇਰ ਤੁਹਾਨੂੰ ਸਭ ਨੂੰ ਗਣਤੰਤਰ ਦਿਵਸ ਦੀ ਹਾਰਦਿਕ ਵਧਾਈ ਦਿੰਦਾ ਹਾਂ ਤੇ ਤੁਹਾਡੇ ਸਾਰਿਆਂ ਦੇ ਸੁਖਦ ਭਵਿੱਖ ਲਈ ਕਾਮਨਾ ਕਰਦਾ ਹਾਂ। ਜੈ ਹਿੰਦ, ਜੈ ਹਿੰਦ, ਜੈ ਹਿੰਦ।